पेश है ਗਿਆਨੀ ਸੋਹਣ ਸਿੰਘ ਸੀਤਲ ਦੀ ਕਿਰਤ ਸਿੱਖ ਰਾਜ ਕਿਵੇਂ ਗਿਆ ਦਾ ਅਗਲਾ ਭਾਗ। ਸਤਲੁਜ ਦੇ ਕੰਢੇ ਉੱਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਹੋਈ, ਪਰ ਹੋਈ ਕਿਉਂ? ਕਿਹਨਾਂ ਕਾਰਨਾਂ ਕਰਕੇ ਇਹ ਅੱਗ ਭੜਕੀ ਤੇ ਕਿਹਨਾਂ ਬੰਦਿਆਂ ਨੇ ਇਹਨੂੰ ਹਵਾ ਦਿੱਤੀ? ਕੀ ਇਹ ਲੜਾਈ ਅਚਨਚੇਤ ਹੀ ਛਿੜ ਪਈ ਸੀ ਜਾਂ ਜਾਣ ਬੁੱਝ ਕੇ ਛੇੜੀ ਗਈ ਸੀ? ਇਹਨਾਂ ਸਾਰੀਆਂ ਗੱਲਾਂ ਦੇ ਉੱਤਰ ਭਾਲਣ ਤੋਂ ਪਹਿਲਾਂ ਦੋ ਗੱਲਾਂ ਦਾ ਸਮਝਣਾ ਜ਼ਰੂਰੀ ਹੈ। ਇੱਕ ਹੈ ਖਾਲਸਾ ਫੌਜ ਤੇ ਦੂਜੀ ਅੰਗਰੇਜ਼ਾਂ ਦੀ ਨੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਰਦਾ ਹਿੰਦੁਸਤਾਨ ਵਿੱਚ ਨਵਾਂ ਅਣਖੀ ਜੀਵਨ ਪੈਦਾ ਕਰਨ ਵਾਸਤੇ ਖਾਲਸਾ ਪੰਥ, ਇੱਕ ਫੌਜੀ ਭਾਈਚਾਰਾ ਸਾਜਿਆ ਜੋ ਪਿਆਰ ਅਤੇ ਤਲਵਾਰ ਦੇ ਆਸਰੇ ਜਿਉਣ ਦਾ ਹਾਮੀ ਹੈ। ਸਿੱਖ ਇਤਿਹਾਸ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸਿੱਖ ਇੱਕ ਜਮਾਂਦਰੂ ਸਿਪਾਹੀ ਹੈ ਤੇ ਇਹ ਸਿਧਾਂਤ ਅਜੇ ਤੱਕ ਕਾਇਮ ਚੱਲਿਆ ਆਉਂਦਾ ਹੈ। ਇਹ ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਗਾਤਰੇ ਤਲਵਾਰ ਰੱਖਦਾ ਹੈ, ਜੋ ਇਸ ਦੇ ਸੁਭਾਅ ਤੇ ਨਿਸ਼ਾਨੇ ਦਾ ਪ੍ਰਗਟ ਸਬੂਤ ਹੈ। ਵਧੇਰੇ ਸਮਝਣ ਵਾਸਤੇ ਜਰਾ ਪੁਰਾਣੇ ਪੱਤਰਿਆਂ ਨੂੰ ਫੋਲੋ। ਘਰੋਂ ਘਰੀ ਕਾਰ ਵਿਹਾਰ ਕਰਨ ਵਾਲੇ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਹਨ। ਉੱਥੇ ਅੱਗੇ ਪਹਾੜੀ ਰਾਜਿਆਂ ਨਾਲ ਤੇ ਮੁਗਲ ਫੌਜਾਂ ਨਾਲ ਯੁੱਧ ਛਿੜ ਪੈਂਦਾ ਹੈ ਤਾਂ ਇਹ ਮੱਥਾ ਟੇਕਣ ਵਾਲੇ ਸਿੱਖ ਤਲਵਾਰਾਂ ਫੜ ਕੇ ਰਣ ਤੱਤੇ ਵਿੱਚ ਜਾ ਵੜਦੇ ਹਨ। ਤਨਖਾਹਾਂ ਵਾਸਤੇ ਨਹੀਂ, ਮੁਲਕ ਫਤਿਹ ਕਰਨ ਵਾਸਤੇ ਨਹੀਂ, ਦੁਸ਼ਮਣ ਨੂੰ ਹਰਾ ਕੇ ਰਾਜ ਸੰਭਾਲਣ ਵਾਸਤੇ ਵੀ ਨਹੀਂ, ਕੇਵਲ ਅਣਖੀ ਬੰਦਿਆਂ ਵਾਂਗ ਮਰਨ ਵਾਸਤੇ। ਜੋ ਕੌਮ ਇੰਨੀ ਗੱਲ ਬਦਲੇ ਮਰਨ ਲਈ ਤਿਆਰ ਹੋ ਜਾਏ, ਉਹਦੀ ਗੈਰਤ ਤੇ ਬਹਾਦਰੀ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੱਖਣ ਨੂੰ ਚਲੇ ਜਾਂਦੇ ਹਨ ਤੇ ਸਿੱਖਾਂ ਦੀ ਤਲਵਾਰ ਥੋੜਾ ਚਿਰ ਸਾਹ ਲੈਣ ਵਾਸਤੇ ਮਿਆਨ ਅੰਦਰ ਹੋ ਜਾਂਦੀ ਹੈ। ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਪੈਰ ਪਾਉਂਦਾ ਹੈ, ਉਹ ਸਿੱਖ ਸਾਰੇ ਕੰਮਕਾਜ ਛੱਡ ਕੇ ਉਸ ਦੀਆਂ ਫੌਜਾਂ ਵਿੱਚ ਆ ਮਿਲਦੇ ਹਨ। ਉਹ ਟੁੱਟੀਆਂ ਹੋਈਆਂ ਤਲਵਾਰਾਂ ਤੇ ਖੁੰਡੇ ਨੇਜ਼ੇ ਲੈ ਕੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਬੁਲਾਉਂਦੇ ਤੇ ਰਾਜ ਕਰੇਗਾ ਖਾਲਸਾ ਦੇ ਗੀਤ ਗਾਉਂਦੇ ਮੈਦਾਨ ਵਿੱਚ ਆ ਗੱਜਦੇ ਹਨ। ਸਮੇਂ ਦੀ ਹਕੂਮਤ ਸਿੱਖ ਲਹਿਰ ਨੂੰ ਜਿੰਨੇ ਜ਼ੋਰ ਨਾਲ ਦਬਾਉਂਦੀ ਹੈ, ਓਨੇ ਹੀ ਜ਼ੋਰ ਨਾਲ ਫੁਹਾਰੇ ਦੇ ਪਾਣੀ ਵਾਂਗ ਸਿੱਖ ਉੱਠਦੇ ਹਨ। ਬਾਬਾ ਬੰਦਾ ਸਿੰਘ ਜੀ ਸ਼ਹੀਦ ਕਰ ਦਿੱਤੇ ਜਾਂਦੇ ਹਨ। ਸਿੱਖਾਂ ਦੀ ਫੌਜੀ ਤਾਕਤ ਨੂੰ ਬਿਲਕੁਲ ਦਬਾ ਦਿੱਤਾ ਜਾਂਦਾ ਹੈ। ਮੁਲਕ ਵਿੱਚ ਉਹਨਾਂ ਵਾਸਤੇ ਕਤਲਾਮ ਦਾ ਖੁੱਲ੍ਹਾ ਹੁਕਮ ਦਿੱਤਾ ਜਾਂਦਾ ਹੈ। ਚਰਖੜੀਆਂ ਤੇ ਚਾੜੇ ਜਾਂਦੇ ਹਨ, ਸਿਰਾਂ ਦੇ ਇਨਾਮ ਰੱਖੇ ਜਾਂਦੇ ਹਨ। ਫੌਜਾਂ ਸ਼ਿਕਾਰੀਆਂ ਵਾਂਗ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ। ਫਿਰ ਵੀ ਜੇ ਇਕੱਲੇ ਦੁਕੱਲੇ ਸਿੰਘ ਦਾ ਟੱਕਰਾ ਸ਼ਾਹੀ ਫੌਜ ਨਾਲ ਹੋ ਪਵੇ ਤਾਂ ਉਹ ਤਲਵਾਰ ਧੂ ਕੇ ਯੁੱਧ ਵਾਸਤੇ ਤਿਆਰ ਹੋ ਪੈਂਦਾ ਹੈ। ਦੱਸੋ, ਇਹੋ ਜਿਹੀ ਕੌਮ ਕਿਸੇ ਦੀ ਲਲਕਾਰ ਸੁਣ ਕੇ ਕਿਵੇਂ ਚੁੱਪ ਰਹਿ ਸਕਦੀ ਹੈ? ਅੰਤ ਜਿਨ੍ਹਾਂ ਦੇ ਮੰਡੀਆਂ ਵਿੱਚ ਸਿਰ ਵਿਕਦੇ ਸਨ, ਉਹ ਜਿਉਂ-ਜਿਉਂ ਮਰੀਂਦੇ ਗਏ ਤਿਉਂ-ਤਿਉਂ ਵੱਧਦੇ ਗਏ। ਗਿਣਤੀ ਦੇ ਨਾਲ ਹੀ ਉਹਨਾਂ ਦੀ ਫੌਜੀ ਤਾਕਤ ਵੀ ਵੱਧਦੀ ਗਈ। ਮਿਸਲਾਂ ਦਾ ਸਮਾਂ ਆ ਗਿਆ। ਸਿੱਖੀ ਆਚਰਣ ਅਨੁਸਾਰ ਪੰਥ ਪਿਆਰ ਸਿੱਖ ਦੇ ਦਿਲ ਵਿੱਚੋਂ ਮਰਨ ਤੇ ਵੀ ਨਹੀਂ ਮਰਦਾ। ਪੰਥ ਦੇ ਨਾਂ ਉੱਤੇ ਵੰਗਾਰਨ ਨਾਲ ਹਰ ਇੱਕ ਸਿੱਖ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਵੇਖੋ, ਮਿਸਲਾਂ ਦੇ ਸਰਦਾਰ ਆਪਸ ਵਿੱਚ ਖਹਿੰਦੇ ਰਹਿੰਦੇ ਹਨ, ਪਰ ਜੇ ਕੋਈ ਬਾਹਰ ਦਾ ਆ ਕੇ ਪੰਜਾਬੀਆਂ ਦੀ ਅਣਖ ਨੂੰ ਲਤਾੜਨਾ ਚਾਹਵੇ ਤਾਂ ਸਾਰੇ ਇਕੱਠਾ ਲਹੂ ਡੋਲਣ ਵਾਸਤੇ ਤਿਆਰ ਹੋ ਜਾਂਦੇ ਹਨ। ਇਹਨਾਂ ਹੀ ਸਿਪਾਹੀਆਂ ਨੇ ਅੰਤ ਹੌਲੀ-ਹੌਲੀ ਸਿੱਖ ਰਾਜ ਕਾਇਮ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ। ਉਸਨੇ ਸਿੱਖੀ ਸੁਭਾਅ ਨੂੰ ਸਮਝਦਿਆਂ ਹੋਇਆਂ ਖਾਲਸਾ ਫੌਜ ਨੂੰ ਇੰਨੀ ਤਰੱਕੀ ਦਿੱਤੀ ਜਿਸ ਦੀ ਸ਼ਾਨ ਤੇ ਰੋਹਬ ਵੇਖ ਕੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਉਸ ਨਾਲ ਯਾਰਾਨਾ ਗੰਢਣ ਵਾਸਤੇ ਤਰਲੇ ਲੈਂਦੀਆਂ ਸਨ। ਉਸਨੇ ਬਾਦਸ਼ਾਹ ਬਣ ਕੇ ਆਪਣੀ ਕਾਬਲੀਅਤ ਹੁਕਮਰਾਨੀ ਲਈ ਚੰਗੇ ਕਾਨੂੰਨ ਬਣਾਉਣ, ਤਜਾਰਤ ਵਧਾਉਣ ਜਾਂ ਕਾਰੀਗਰੀ ਨੂੰ ਤਰੱਕੀ ਦੇਣ ਬਦਲੇ ਵਧੇਰੇ ਖਰਚ ਨਹੀਂ ਕੀਤੀ, ਸਗੋਂ ਬਹੁਤਾ ਧਿਆਨ ਖਾਲਸਾ ਫੌਜ ਨੂੰ ਨਾ ਫਤਿਹ ਹੋਣ ਵਾਲੀ ਜੰਗੀ ਤਾਕਤ ਬਣਾਉਣ ਵੱਲ ਦਿੱਤਾ। ਜਿਹੋ ਜਿਹੀ ਫੌਜ ਕਦੇ ਕਿਸੇ ਹਿੰਦੁਸਤਾਨੀ ਖੁਦਮੁਖਤਿਆਰ ਹੁਕਮਰਾਨ ਨੇ ਨਾ ਰੱਖੀ ਹੋਵੇ, ਤੇ ਇਸ ਕੰਮ ਵਿੱਚ ਉਸਨੂੰ ਸਫਲਤਾ ਵੀ ਹੋਈ। ਸਮਿਥ ਆਪਣੀ ਕਿਤਾਬ ਵਿੱਚ ਇੱਕ ਥਾਂ ਇਉਂ ਲਿਖਦਾ ਹੈ, ਅੰਤ ਉਸਨੇ
ਭਾਵ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਇੱਕ ਐਸੀ ਬਲਵਾਨ ਫੌਜ ਦਾ ਮਾਲਕ ਪਾਇਆ ਜੈਸੀ ਕਦੇ ਕਿਸੇ ਪੂਰਬੀ ਹਾਕਮ ਦੇ ਕਬਜ਼ੇ ਵਿੱਚ ਨਹੀਂ ਹੋਈ ਸੀ, ਤੇ ਉਸ ਦੀ ਭਾਵ ਫੌਜ ਦੀ ਮਦਦ ਨਾਲ ਉਹ ਸਮਾਂ ਮਿਲਣ ਤੇ ਅੰਗਰੇਜ਼ਾਂ ਦਾ ਟਾਕਰਾ ਕਰਕੇ ਹਿੰਦੁਸਤਾਨ ਦਾ ਸਿਰਤਾਜ ਬਣਨ ਦੀ ਆਸ ਰੱਖਦਾ ਸੀ। ਇਹ ਬਲਵਾਨ ਫੌਜ ਮਹਾਰਾਜਾ ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿੱਚੋਂ ਨਿਕਲੀ ਤਾਂ ਹੌਲੀ-ਹੌਲੀ ਖੁਦਮੁਖਤਿਆਰ ਹੋਣ ਲੱਗੀ। ਧਾਰਮਿਕ ਅਸੂਲ ਅਨੁਸਾਰ ਜੋ 5 ਪਿਆਰਿਆਂ ਵਾਲਾ ਸਿਲਸਿਲਾ ਫੌਜਾਂ ਵਿੱਚ ਚੱਲਿਆ ਆਉਂਦਾ ਸੀ, ਉਹ ਸਹਿਜੇ ਮੁਲਕੀ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਿਆ ਤੇ ਪੰਚਾਇਤਾਂ ਦਾ ਰੂਪ ਧਾਰਨ ਕਰ ਬੈਠਾ। ਫਿਰ ਫੌਜ ਵਿੱਚ ਦੂਰੇ ਅਫਸਰ ਬਣ ਗਏ, ਇੱਕ ਬਾਦਸ਼ਾਹ ਵੱਲੋਂ ਥਾਪੇ ਹੋਏ ਤੇ ਦੂਜੇ ਉਹਨਾਂ ਦੇ ਆਪਣੇ ਚੁਣੇ ਹੋਏ, ਜਿਨ੍ਹਾਂ ਨੂੰ ਫੌਜੀ ਪੰਚ ਕਹਿੰਦੇ ਸਨ। ਪਹਿਲਾਂ ਤਾਂ ਮਿਲ ਕੇ ਤੇ ਸਰਕਾਰੀ ਅਫਸਰਾਂ ਦੇ ਹੁਕਮ ਥੱਲੇ ਕੰਮ ਚੱਲਦਾ ਰਿਹਾ, ਪਰ ਜਦੋਂ ਬਾਦਸ਼ਾਹ ਤੇ ਵਜ਼ੀਰ ਇੱਕ ਦੂਜੇ ਦੇ ਹੱਥੋਂ ਕਤਲ ਹੋਣ ਲੱਗੇ ਤੇ ਇਹ ਕੰਮ ਫੌਜਾਂ ਦੀ ਮਦਦ ਨਾਲ ਹੁੰਦੇ ਤਾਂ ਫੌਜੀ ਪੰਚ ਜ਼ੋਰ ਫੜਦੇ ਗਏ। ਮਹਾਰਾਜਾ ਸ਼ੇਰ ਸਿੰਘ ਤੇ ਵਜ਼ੀਰ ਧਿਆਨ ਸਿੰਘ ਦੇ ਮਰਨ ਤੇ ਰਾਜਾ ਹੀਰਾ ਸਿੰਘ ਸਿੱਧਾ ਫੌਜ ਦੀ ਸ਼ਰਨ ਜਾ ਪਿਆ। ਉਸ ਦੀ ਆਪਣੀ ਤਾਕਤ ਉਸ ਵੇਲੇ ਕੋਈ ਨਹੀਂ ਸੀ। ਸੰਧਾਂ ਵਾਲੀਆਂ ਨੂੰ ਮਾਰ ਕੇ ਹੀਰਾ ਸਿੰਘ ਨੂੰ ਵਜ਼ੀਰ ਬਣਾਉਣ ਵਿੱਚ ਸਾਰੀ ਤਾਕਤ ਫੌਜ ਦੀ ਸੀ। ਹੁਣ ਫੌਜ ਤੇ ਫੌਜੀ ਪੰਚਾਂ ਨੇ ਵੀ ਆਪਣੀ ਤਾਕਤ ਨੂੰ ਕੁਝ ਸਮਝਿਆ। ਹੀਰਾ ਸਿੰਘ ਵਜ਼ੀਰ ਬਣ ਕੇ ਫੌਜ ਨੂੰ ਕਾਬੂ ਵਿੱਚ ਕਿਵੇਂ ਰੱਖ ਸਕਦਾ ਸੀ, ਜੋ ਬਣਾਇਆ ਹੀ ਫੌਜ ਦਾ ਬਣਿਆ ਸੀ। ਇਉਂ ਸਮਝੋ ਕਿ ਹੁਣ ਹਕੂਮਤ ਦੀ ਵਾਗ ਖਾਲਸਾ ਫੌਜ ਦੇ ਹੱਥ ਵਿੱਚ ਸੀ, ਮਹਾਰਾਜੇ ਜਾਂ ਵਜ਼ੀਰ ਦੇ ਹੱਥ ਵਿੱਚ ਨਹੀਂ। ਜਰਾ ਕੁ ਹੀਰਾ ਸਿੰਘ ਮਰਜ਼ੀ ਵਿਰੁੱਧ ਚੱਲਣ ਲੱਗਾ ਤਾਂ ਫੌਜ ਨੇ ਉਹਨੂੰ ਕਤਲ ਕਰਕੇ ਸਰਦਾਰ ਜਵਾਹਰ ਸਿੰਘ ਨੂੰ ਵਜ਼ੀਰ ਬਣਾ ਲਿਆ, ਤੇ ਜੇ ਮਗਰਲੇ ਨੇ ਕੋਈ ਕੰਮ ਉਲਟ ਕਰ ਦਿੱਤਾ ਤਾਂ ਉਸ ਨੂੰ ਪਾਰ ਬੁਲਾ ਦਿੱਤਾ। ਖਾਲਸਾ ਫੌਜ ਦੀ ਤਾਕਤ ਇੰਨੀ ਵੱਧ ਗਈ ਸੀ ਕਿ ਸਰਦਾਰ ਜਵਾਹਰ ਸਿੰਘ ਦੇ ਮਰਨ ਪਿੱਛੋਂ ਵੱਡਾ ਵਜ਼ੀਰ ਕੋਈ ਨਹੀਂ ਸੀ ਬਣਦਾ। ਗੁਲਾਬ ਸਿੰਘ, ਤੇਜ ਸਿੰਘ ਜਾਂ ਲਾਲ ਸਿੰਘ ਕਿਸੇ ਦਾ ਹੌਸਲਾ ਨਾ ਪਿਆ ਕਿ ਉਹ ਵਜ਼ੀਰ ਬਣ ਕੇ ਖਾਲਸਾ ਫੌਜ ਨੂੰ ਕਾਬੂ ਕਰ ਸਕੇਗਾ। ਤਾਂ ਦੱਸੋ, ਜੇ ਕੋਈ ਇਹੋ ਜਿਹੀ ਆਪ ਮੁਹਾਰੀ, ਬਲਵਾਨ ਤੇ ਕੇਵਲ ਲੜਨ ਵਾਸਤੇ ਲੜਾਈ ਸਹਿੜਨ ਵਾਲੀ ਫੌਜ ਨੂੰ ਯੁੱਧ ਵਾਸਤੇ ਬੰਗਾਰੇ ਤਾਂ ਲੜਾਈ ਕਿਵੇਂ ਟਲ ਸਕਦੀ ਹੈ? ਹੁਣ ਥੋੜਾ ਜਿਹਾ ਅੰਗਰੇਜ਼ਾਂ ਦੀ ਨੀਤੀ ਨੂੰ ਵੀ ਸਮਝਦੇ ਹਾਂ। ਇਹ ਪਹਿਲਾਂ ਵਪਾਰ ਦੀ ਨੀਤ ਨਾਲ ਆਏ ਤੇ ਪੂਰਬੀ ਹਿੰਦ ਵਿੱਚ ਕੋਠੀਆਂ ਖੋਲ੍ਹੀਆਂ। ਹੋਰ ਵੀ ਕੁਝ ਯੂਰਪੀ ਦੇਸ਼ਾਂ ਨੇ ਇੱਥੇ ਸੌਦਾਗਰੀ ਆਰੰਭੀ, ਪਰ ਸਾਰਿਆਂ ਵਿੱਚੋਂ ਮਸ਼ਹੂਰ 2 ਹੀ ਸਨ, ਅੰਗਰੇਜ਼ ਤੇ ਫਰਾਂਸੀਸੀ। ਜਿਉਂ-ਜਿਉਂ ਕੰਮ ਵੱਧਦਾ ਗਿਆ ਤਿਉਂ-ਤਿਉਂ ਪ੍ਰਬੰਧ ਵਾਸਤੇ ਪੁਲਿਸ ਦੀ ਗਿਣਤੀ ਵਧਾਈ ਗਏ। ਇਹਨਾਂ ਦੋਹਾਂ ਦੀ ਆਪਸ ਵਿੱਚ ਲੱਗਣ ਲੱਗ ਪਈ ਤੇ ਅੰਤ ਲੜਾਈ ਝਗੜੇ ਤੱਕ ਨੌਬਤ ਪਹੁੰਚੀ। ਫਿਰ ਪੁਲਿਸ ਦੇ ਨਾਲ-ਨਾਲ ਫੌਜ ਦੀ ਵੀ ਲੋੜ ਪਈ। ਉਧਰ ਔਰੰਗਜ਼ੇਬ ਪਿੱਛੋਂ ਮੁਗਲਾਂ ਦੀ ਤਾਕਤ ਦਿਨੋਂ ਦਿਨ ਘਟਦੀ ਹੀ ਗਈ। ਅੰਤ ਕੇਵਲ ਨਾਮ ਤਰੀਕ ਬਾਦਸ਼ਾਹ ਰਹਿ ਗਏ ਤੇ ਦੂਰ ਦੇ ਸੂਬੇ ਖੁਦ ਮੁਖਤਿਆਰ ਹੋ ਗਏ। ਹਿੰਦੁਸਤਾਨ ਕਈ ਛੋਟੀਆਂ-ਛੋਟੀਆਂ ਤਾਕਤਾਂ ਵਿੱਚ ਵੰਡਿਆ ਗਿਆ। ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਹਿੰਦ ਵਿੱਚੋਂ ਮਾਰ ਭਜਾਇਆ ਤੇ ਫਿਰ ਸਹਿਜ ਹਿੰਦੀ ਨਵਾਬਾਂ ਤੇ ਰਾਜਿਆਂ ਦੇ ਝਗੜਿਆਂ ਵਿੱਚ ਹਿੱਸਾ ਲੈਣ ਲੱਗੇ। ਹੌਲੀ-ਹੌਲੀ ਫੌਜ ਦੀ ਗਿਣਤੀ ਵਧਣ ਲੱਗੀ ਤੇ ਦੇਸ਼ ਦੇ ਕੁਝ ਥੋੜੇ ਜਿਹੇ ਹਿੱਸੇ ਤੇ ਕਬਜ਼ਾ ਵੀ ਕਰ ਲਿਆ। ਈਸਟ ਇੰਡੀਆ ਕੰਪਨੀ, ਜੋ ਕਿ ਅੰਗਰੇਜ਼ ਕੰਪਨੀ, ਪੂਰਬੀ ਹਿੰਦ ਵਿੱਚ ਵਪਾਰ ਕਰਨ ਬਦਲੇ ਆਈ ਸੀ ਤੇ ਵਲਾਇਤ ਵਾਲੇ ਪ੍ਰਬੰਧਕ ਪਹਿਲ ਇਸ ਗੱਲ ਤੋਂ ਕੁਝ ਘਬਰਾਏ ਤੇ ਕੁਝ ਅਫਸਰਾਂ ਉੱਤੇ ਮੁਕੱਦਮੇ ਵੀ ਚੱਲੇ ਕਿ ਉਹਨਾਂ ਹਿੰਦੀ ਨਵਾਬਾਂ ਨਾਲ ਲੜਾਈਆਂ ਕਿਉਂ ਸਹੇੜੀਆਂ ਤੇ ਮੁਲਕ ਕਿਉਂ ਮੱਲਿਆ। ਉਦੋਂ ਨੀਤੀ ਕੇਵਲ ਵਪਾਰ ਦੀ ਸੀ, ਹਕੂਮਤ ਕਰਨ ਦੀ ਨਹੀਂ ਸੀ। ਕਈ ਵਾਰ ਆਉਣ ਵਾਲੇ ਅਫਸਰਾਂ ਨੂੰ ਪਿੱਛੋਂ ਹਦਾਇਤ ਕੀਤੀ ਗਈ ਕਿ ਉਹ ਹਿੰਦੀ ਹਾਕਮਾਂ ਦੇ ਝਗੜਿਆਂ ਵਿੱਚ ਨਾ ਪੈਣ, ਪਰ ਇੱਥੇ ਆ ਕੇ ਉਹ ਝਗੜਿਆਂ ਵਿੱਚ ਹਿੱਸਾ ਲਏ ਬਿਨਾਂ ਨਾ ਰਹਿ ਸਕੇ। ਅੰਤ ਬਦਲਦੀ ਨੀਤੀ ਇੱਥੋਂ ਤੱਕ ਪਹੁੰਚ ਗਈ ਕਿ ਜਦ 2 ਰਾਜੇ ਜਾਂ ਨਵਾਬ ਆਪਸ ਵਿੱਚ ਲੜ ਪੈਂਦੇ ਤਾਂ ਅੰਗਰੇਜ਼ ਇੱਕ ਦਾ ਪੱਖ ਕਰਕੇ ਦੂਜੇ ਨੂੰ ਹਰਾ ਦਿੰਦੇ। ਹਾਰੇ ਹੋਏ ਦਾ ਹਿੱਸੇ ਆਉਂਦਾ ਇਲਾਕਾ ਆਪਣੇ ਰਾਜ ਵਿੱਚ ਮਿਲਾ ਲੈਂਦੇ। ਲੱਗੇ ਉੱਕੜ ਦੁੱਕੜ ਇਲਾਕੇ ਫਤਿਹ ਹੋ ਕੇ ਕੰਪਨੀ ਦੇ ਰਾਜ ਵਿੱਚ ਆਉਣ। ਅੰਗਰੇਜ਼ੀ ਰਾਜ ਦੀ ਨਿਸ਼ਾਨੀ ਹਿੰਦੁਸਤਾਨ ਦੇ ਨਕਸ਼ੇ ਉੱਤੇ ਲਾਲ ਰੰਗ ਦੀ ਇੱਕ ਛਿੱਟ ਵਾਂਗ ਪਈ ਤੇ ਖਿੱਲਰਦੀ ਸਾਰੇ ਪੱਤਰੇ ਤੇ ਖਿੱਲਰ ਗਈ।
ਬੰਗਾਲ ਤੇ ਮਦਰਾਸ ਦਾ ਕੁਝ ਹਿੱਸਾ ਕਬਜ਼ੇ 'ਚ ਕਰਕੇ ਅੰਗਰੇਜ਼ ਅੱਗੇ ਵਧੇ ਤੇ ਦੱਖਣ ਦੇ ਨਵਾਬ, ਮਰਹੱਟੇ, ਰਾਜਪੂਤ, ਦਿੱਲੀ ਤੇ ਮੁਗਲ ਸਭ ਨੂੰ ਆਪਣੇ ਅਧੀਨ ਕਰ ਲਿਆ। ਹੁਣ ਵੱਧਦਾ ਅੰਗਰੇਜ਼ ਉੱਥੇ ਆ ਖਲਾ ਜਿੱਥੋਂ ਚੜ੍ਹੇ ਹੋਏ ਸਤਲੁਜ ਦਾ ਪਾਣੀ ਸਾਫ਼ ਦੀਂਦਾ ਸੀ। ਦਿੱਲੀ ਦੀ ਲਾਟ ਤੇ ਚੜ੍ਹ ਕੇ ਵੇਖੀਏ ਤਾਂ ਹਿੰਦੁਸਤਾਨ ਵਿੱਚ 3 ਪਾਸੇ ਅੰਗਰੇਜ਼ਾਂ ਦਾ ਝੰਡਾ ਝੁਲਦਾ ਦਿਸਦਾ ਸੀ, ਜਿਸ ਦੇ ਪਰਛਾਵੇਂ ਹੇਠਾਂ ਕਈ ਛੋਟੇ-ਛੋਟੇ ਦੇਸ਼ੀ ਨਵਾਬਾਂ ਤੇ ਰਾਜਿਆਂ ਦੇ ਝੰਡੇ ਉਸ ਵੇਲੇ ਸਿਰ ਝੁਕਾਈ ਖਲੇ ਦਿਸਦੇ ਸਨ। ਹਾਂ, ਇਸ ਵੱਡੇ ਦੇਸ਼ ਹਿੰਦ ਦੇ ਉੱਤਰ ਪੱਛਮੀ ਗੁੱਠ ਪੰਜਾਬ ਵਿੱਚ ਓਨਾ ਹੀ ਉੱਚਾ ਤੇ ਓਨੇ ਹੀ ਰੋਬ ਵਾਲਾ ਕੇਸਰੀ ਝੰਡਾ ਖਲਾ ਦਿਸਦਾ ਸੀ। ਇਹ ਖਾਲਸੇ ਦੇ ਰਾਜ ਦਾ ਝੰਡਾ ਸੀ। ਇੱਕ ਦੇਸ਼ ਵਿੱਚ 2 ਬਾਦਸ਼ਾਹ ਨਹੀਂ ਰਹਿ ਸਕਦੇ। ਹਿੰਦ ਵਿੱਚ ਵੀ 2 ਬਾਦਸ਼ਾਹ ਸਨ, ਇੱਕ ਅੰਗਰੇਜ਼ ਤੇ ਦੂਜੇ ਸਿੱਖ। ਸੋ ਇਹਨਾਂ ਦਾ ਇੱਕ ਦਿਨ ਫੈਸਲਾ ਹੋਣਾ ਜ਼ਰੂਰੀ ਸੀ ਕਿ ਅੱਗੇ ਵਾਸਤੇ ਇੱਕ ਬਾਦਸ਼ਾਹ ਬਣ ਕੇ ਕੌਣ ਰਹੇ, ਅੰਗਰੇਜ਼ ਜਾਂ ਸਿੱਖ। ਹੁਣ ਅੰਗਰੇਜ਼ ਦਾ ਨਿਸ਼ਾਨਾ ਨਿਰਾ ਵਪਾਰ ਕਰਨ ਦਾ ਹੀ ਨਹੀਂ, ਸਗੋਂ ਸਾਰੇ ਮੁਲਕ ਉੱਤੇ ਰਾਜ ਕਰਨ ਦਾ ਸੀ। ਪੰਜਾਬ ਦੀਆਂ 3 ਬਾਹੀਆਂ ਉਹਨੇ ਰੋਕ ਲਈਆਂ ਸਨ, ਚੜ੍ਹਦੇ ਪਾਸੇ ਜਮਨਾ ਤੱਕ, ਦੱਖਣ ਵੱਲੇ ਸਾਰਾ ਸਿੰਧ ਤੇ ਲਹਿੰਦੇ ਵੱਲੇ ਅਫਗਾਨਿਸਤਾਨ ਵਿੱਚ ਜਾ ਪੈਰ ਜਮਾਏ ਸਨ। ਬਾਕੀ ਰਿਹਾ ਪੰਜਾਬ। ਇਸ ਬਾਰੇ ਜੋ ਕੁਝ ਅੰਗਰੇਜ਼ ਸੋਚ ਰਹੇ ਸਨ, ਉਹ ਅੰਗਰੇਜ਼ ਪਤਵੰਤਿਆਂ ਤੇ ਹੋਰ ਨਿਰਪੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਹੀ ਪ੍ਰਗਟ ਹੋ ਜਾਂਦਾ ਹੈ। ਇਹ ਕਾਰਨ ਹਨ ਜਿਨ੍ਹਾਂ ਕਰਕੇ ਇਹ ਯੁੱਧ ਛਿੜਿਆ। 1841 ਈਸਵੀ ਦੇ ਆਰੰਭ ਵਿੱਚ ਐਲਨ ਬਰੋ ਨੇ ਲੈਫਟੀਨੈਂਟ ਡਿਊਰੈਂਟ ਨੂੰ ਫੌਜੀ ਨੁਕਤਾ ਨਿਗਾਹ ਨਾਲ ਪੰਜਾਬ ਦੀ ਇੱਕ ਯਾਦਦਾਸ਼ਤ ਤਿਆਰ ਕਰਨ ਲਈ ਕਿਹਾ ਸੀ ਤੇ ਉਸਨੇ ਆਪਣੀ 26 ਅਕਤੂਬਰ 1841 ਈਸਵੀ ਦੀ ਚਿੱਠੀ ਵਿੱਚ ਵੈਲਿੰਗਟਨ ਨੂੰ ਲਿਖਿਆ, ਜੋ ਕੁਝ ਮੈਂ ਤੁਹਾਡੇ ਪਾਸੋਂ ਚਾਹਿਆ ਸੀ ਉਹ ਪੰਜਾਬ ਉੱਤੇ ਹਮਲਾ ਕਰਨ ਲਈ ਸਭ ਤੋਂ ਵਧੀਆ ਤਰੀਕੇ ਬਾਰੇ ਤੁਹਾਡੀ ਰਾਏ ਹੈ। ਕੰਵਰ ਨਿਹਾਲ ਸਿੰਘ ਦੇ ਸਮੇਂ ਕੁਝ ਅੰਗਰੇਜ਼ ਅਫਸਰਾਂ ਨੇ ਇਹ ਗੱਲ ਕਹੀ ਕਿ ਕੰਵਰ ਦੇ ਮਰਨ ਪਿੱਛੋਂ ਪਿਸ਼ਾਵਰ ਸ਼ਾਹ ਸ਼ੁਜਾ ਨੂੰ ਦਿੱਤਾ ਜਾਵੇਗਾ। ਕੰਵਰ ਨਿਹਾਲ ਸਿੰਘ ਦੀ ਮੌਤ ਪਿੱਛੋਂ ਸਰ ਵਿਲੀਅਮ ਮੈਕਨਾਗਟਨ ਨੇ ਲਾਰਡ ਆਕਲੈਂਡ ਨੂੰ ਪੰਜਾਬ ਬਾਰੇ ਕਿਹਾ। ਤਿੰਨਾਂ ਧਿਰਾਂ ਭਾਵ ਅੰਗਰੇਜ਼, ਸਿੱਖ ਤੇ ਅਫਗਾਨਾਂ ਦੀ ਆਪਸ ਵਿੱਚ ਸੁਲ੍ਹਾ ਟੁੱਟ ਗਈ ਹੈ, ਕਿਉਂਕਿ ਸ਼ੇਰ ਸਿੰਘ ਜਿਸਨੇ ਦੂਜਿਆਂ ਦਾ ਹੱਕ ਮਾਰ ਲਿਆ ਹੈ, ਕਿਸੇ ਹਾਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੱਕੀ ਵਾਰਸ ਨਹੀਂ ਮੰਨਿਆ ਜਾ ਸਕਦਾ। ਲਾਰਡ ਵੈਲਿੰਗਟਨ ਨੇ ਲਾਰਡ ਫਿਟਜ਼ਜੈਡਲ ਦੇ ਨਾਮ 6 ਅਪ੍ਰੈਲ 1842 ਨੂੰ ਇੱਕ ਚਿੱਠੀ ਲਿਖੀ, ਪਰ ਮੈਂ ਇਹ ਜ਼ਰੂਰ ਕਹਿੰਦਾ ਹਾਂ ਕਿ ਜੇ ਅਸਾਂ ਆਪਣੀ ਪੋਜੀਸ਼ਨ ਨੂੰ ਅਫਗਾਨਿਸਤਾਨ ਵਿੱਚ ਕਾਇਮ ਰੱਖਣਾ ਹੈ ਤਾਂ ਸਾਨੂੰ ਪਿਸ਼ਾਵਰ, ਦਰਰਾ ਖੈਬਰ ਤੇ ਜਲਾਲਾਬਾਦ ਜ਼ਰੂਰ ਲੈ ਲੈਣੇ ਚਾਹੀਦੇ ਹਨ। ਜਦ ਹੀਰਾ ਸਿੰਘ ਵਜ਼ੀਰ ਬਣਿਆ, ਉਸਨੇ ਸਿੱਖ ਫੌਜ ਨੂੰ ਭੜਕਾਇਆ ਕਿ ਉਹ ਅੰਗਰੇਜ਼ ਤੇ ਹੱਲਾ ਕਰੇ। ਇਸ ਹਿਲਜੁਲ ਨੇ ਬਰਤਾਨਵੀ ਸਰਕਾਰ ਨੂੰ ਡਰ ਪੈਦਾ ਕਰ ਦਿੱਤਾ, ਜੋ ਕਿ ਪਹਿਲਾਂ ਹੀ ਪੰਜਾਬ ਦੇ ਹਾਕਮਾਂ ਦੀ ਕਮਜ਼ੋਰੀ ਦੇ ਕਾਰਨ ਆਸ ਰੱਖਦੀ ਸੀ ਕਿ ਇੱਕ ਦਿਨ ਲਾਹੌਰ ਦੀ ਸਲਤਨਤ ਟੁਕੜੇ-ਟੁਕੜੇ ਹੋ ਜਾਵੇਗੀ। ਜ਼ਿੰਮੇਵਾਰ ਅੰਗਰੇਜ਼ ਅਫਸਰਾਂ ਨੂੰ ਯਕੀਨ ਹੋ ਰਿਹਾ ਸੀ ਕਿ ਪੰਜਾਬ ਨੂੰ ਛੇਤੀ ਫਤਿਹ ਕਰਨਾ ਜ਼ਰੂਰੀ ਹੈ। ਮੈਕਗ੍ਰੇਗਰ ਲਿਖਦਾ ਹੈ, ਹੋ ਸਕਦਾ ਹੈ ਲਾਰਡ ਐਲਨ ਬਰੋ ਨੇ ਪੰਜਾਬ ਉੱਤੇ ਤਕੜੀ ਫੌਜ ਨਾਲ ਚੜ੍ਹਾਈ ਕਰਨ ਦਾ ਇਰਾਦਾ ਕੀਤਾ ਹੋਵੇ। ਇਸ ਗੱਲ ਦੀ ਤਸੱਲੀ ਉਸ ਚਿੱਠੀ ਤੋਂ ਹੋ ਸਕਦੀ ਹੈ ਜੋ ਉਸਨੇ ਭਾਵ ਐਲਨ ਬਰੋ ਨੇ 20 ਅਪ੍ਰੈਲ 1844 ਈਸਵੀ ਨੂੰ ਵੈਲਿੰਗਟਨ ਨੂੰ ਲਿਖੀ। ਮੈਨੂੰ ਪੱਕੀ ਆਸ ਹੈ ਕਿ ਨਵੰਬਰ 1845 ਈਸਵੀ ਤੱਕ ਸਾਨੂੰ ਕਿਸੇ ਹਮਲੇ ਦੀ ਰੋਕ ਨਹੀਂ ਕਰਨੀ ਪਵੇਗੀ ਤੇ ਸਾਨੂੰ ਸਤਲੁਜ ਪਾਰ ਲੰਘਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਉਸ ਵੇਲੇ ਤੱਕ ਮੈਂ ਹਰ ਤਰ੍ਹਾਂ ਨਾਲ ਤਿਆਰ ਹੋਵਾਂਗਾ। ਇਸ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਚੁੱਪ ਚਪੀਤੇ ਸਭ ਕੁਝ ਕਰ ਲਵਾਂਗੇ। ਵੱਡੀ ਕਮਾਨ ਲਈ ਸਾਡੇ ਪਾਸ ਅਫਸਰ ਬੜੇ ਹੀ ਘੱਟ ਹਨ। ਸਾਰੀ ਫੌਜ ਨੂੰ ਬਹੁਤ ਕੁਝ ਸਿਖਾਉਣ ਦੀ ਲੋੜ ਹੈ ਤੇ ਮੈਨੂੰ ਤਸੱਲੀ ਹੈ ਕਿ 18 ਮਹੀਨੇ ਜੋ ਮੈਂ ਮੰਗ ਰਿਹਾ ਹਾਂ, ਫੌਜ ਨੂੰ ਜੈਸੀ ਉਹ ਚਾਹੀਦੀ ਹੈ ਵੈਸੀ ਬਣਾਉਣ ਲਈ ਕੋਈ ਬਹੁਤੇ ਨਹੀਂ। ਮਾਲੂਮ ਹੁੰਦਾ ਹੈ ਕੋਈ ਅਫਸਰ ਹਮਲਾ ਕਰਨ ਵਾਸਤੇ
ਬਹੁਤ ਕਾਲੇ ਪਏ ਹੋਣਗੇ, ਨਹੀਂ ਤਾਂ 18 ਮਹੀਨੇ ਜੋ ਮੈਂ ਮੰਗ ਰਿਹਾ ਹਾਂ ਕੋਈ ਬਹੁਤੇ ਨਹੀਂ ਦਾ ਕੀ ਅਰਥ। ਫਿਰ 9 ਮਈ 1844 ਈਸਵੀ ਦੀ ਚਿੱਠੀ ਵਿੱਚ ਐਲਨ ਬਰੋ ਲਿਖਦਾ ਹੈ, ਨਵੰਬਰ 1845 ਈਸਵੀ ਵਿੱਚ ਫੌਜ ਹਰ ਮੁਹਿੰਮ ਲਈ ਤਿਆਰ ਹੋ ਜਾਵੇਗੀ। ਸਾਫ਼ ਹੈ ਕਿ ਲਾਰਡ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਲੜਾਈ ਕਦ ਹੋਵੇਗੀ। ਸੋਚੋ, ਇਹ ਲੜਾਈ ਅਚਨਚੇਤ ਹੋਈ ਜਾਂ ਗਿਣ ਮਿੱਥ ਕੇ। ਕਨਿੰਗਮ ਲਿਖਦਾ ਹੈ, ਇਸ ਤੋਂ ਮਾਲੂਮ ਹੁੰਦਾ ਹੈ ਕਿ ਅੰਗਰੇਜ਼ਾਂ ਨੂੰ ਕੁਝ ਕਰਨਾ ਚਾਹੀਦਾ ਹੈ ਤੇ ਉਹਨਾਂ ਦਾ ਏਜੰਟ ਜੋ ਕਾਬਲ ਵਿੱਚ ਸੀ ਤੇ ਜਿਸਨੇ ਬਚਨ ਕੀਤੇ ਸੀ ਕਿ ਸ਼ਾਹ ਸ਼ੁਜਾ ਨੂੰ ਨਾ ਨਿਰਾ ਦਰਜੇ ਵਿੱਚ ਸਗੋਂ ਸੱਚਮੁੱਚ ਬਾਦਸ਼ਾਹ ਬਣਾ ਦੇਵੇ, ਨੇ ਰਣਜੀਤ ਸਿੰਘ ਦੇ ਆਖਰੀ ਜਾਨਸ਼ੀਨ ਦੀ ਮੌਤ ਦੇ ਮੌਕੇ ਨੂੰ ਤਾੜ ਕੇ ਇਹ ਐਲਾਨ ਕੀਤਾ ਕਿ ਲਾਹੌਰ ਨਾਲ ਸਾਰੇ ਸੁਲ੍ਹਾਨਾਮੇ ਖਤਮ ਹੋ ਚੁੱਕੇ ਹਨ, ਕਿਉਂਕਿ ਉਹ ਚਾਹੁੰਦਾ ਸੀ ਕਿ ਪਿਸ਼ਾਵਰ ਨੂੰ ਕਾਬਲ ਦੀ ਰਾਜਧਾਨੀ ਨਾਲ ਜੋੜ ਦੇਵੇ। ਜਦ ਮਹਾਰਾਜਾ ਸ਼ੇਰ ਸਿੰਘ ਦੀ ਫੌਜ ਭੜਕ ਉੱਠੀ ਸੀ ਤਾਂ ਅੰਗਰੇਜ਼ਾਂ ਨੇ 12,000 ਫੌਜ ਭੇਜ ਕੇ ਉਸ ਨੂੰ ਦਬਾਉਣਾ ਚਾਹਿਆ ਸੀ ਤੇ ਇਸ ਦੇ ਬਦਲੇ 40 ਲੱਖ ਰੁਪਏ ਤੇ ਸਤਲੁਜ ਦੇ ਦੱਖਣੀ ਇਲਾਕੇ ਮੰਗੇ ਸਨ। ਮਹਾਰਾਜਾ ਸ਼ੇਰ ਸਿੰਘ ਇਹ ਮੰਨਿਆ ਨਾ। ਜੇ ਮੰਨ ਲੈਂਦਾ ਤਾਂ ਅੰਗਰੇਜ਼ੀ ਫੌਜ ਦੇ ਆਉਣ ਕਰਕੇ ਸਿੱਖ ਫੌਜ ਨੇ ਵਧੇਰੇ ਭੜਕ ਉੱਠਣਾ ਸੀ। ਫਿਰ ਪਤਾ ਨਹੀਂ ਇਸ ਦਾ ਅੰਤ ਕੀ ਹੁੰਦਾ। ਇਨੀ ਦਿਨੀ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਪੰਜਾਬੀ ਏਜੰਟ ਨੇ ਇਸ਼ਤਿਹਾਰ ਕੱਢਿਆ ਕਿ ਹੁਣ ਸਾਡੀ ਪੰਜਾਬ ਨਾਲੋਂ ਸੁਲ੍ਹਾ ਟੁੱਟ ਗਈ ਹੈ, ਅਸੀਂ ਸਿੱਖਾਂ ਕੋਲੋਂ ਪੇਸ਼ਾਵਰ ਖੋਹ ਕੇ ਅਫਗਾਨਾਂ ਨੂੰ ਦੇ ਦੇਵਾਂਗੇ। 1809 ਈਸਵੀ ਦੀ ਸੁਲ੍ਹਾ ਵਿੱਚ ਸਿੱਖ ਰਾਜ ਦੀ ਹੱਦ ਸਤਲੁਜ ਤੇ ਅੰਗਰੇਜ਼ੀ ਰਾਜ ਦੀ ਹੱਦ ਜਮਨਾ ਪੱਕੀ ਹੋਈ। ਵਿਚਲਾ ਹਿੱਸਾ ਸੂਬਾ ਸਰਹੰਦ ਤੇ ਸਿੱਖ ਰਿਆਸਤਾਂ ਤਰਫੈਣ ਦੀ ਹਾਲਤ ਵਿੱਚ ਨਿਊਟਰਲ ਰਹੇ ਤੇ ਵਾਇਸਰਾਏ ਨੇ ਕਿਹਾ ਕਿ ਲੁਧਿਆਣੇ ਦੀ ਫੌਜ ਕਰਨਾਲ ਵਾਪਸ ਕਰ ਲਈ ਜਾਏਗੀ। ਸ਼ਾਹ ਸ਼ੁਜਾ ਨੂੰ ਕਾਬਲ ਦੀ ਗੱਦੀ ਤੇ ਬਿਠਾ ਕੇ ਵਾਪਸ ਮੁੜਦੀ ਅੰਗਰੇਜ਼ੀ ਫੌਜ ਜਦੋਂ ਪੰਜਾਬ ਵਿੱਚ ਦੀ ਲੰਘੀ ਤਾਂ ਸਿੱਖਾਂ ਦੇ ਬੁਰਾ ਮਨਾਉਣ ਤੇ ਅੰਗਰੇਜ਼ਾਂ ਨੇ ਇਕਰਾਰ ਕੀਤਾ ਕਿ ਉਹ ਮੁੜ ਕੇ ਪੰਜਾਬ ਵਿੱਚ ਦੀ ਫੌਜ ਨਹੀਂ ਲੰਘਾਉਣਗੇ। ਪਰ ਲੋੜ ਪਈ ਤੇ ਬਰਾਡਫੁੱਟ ਨੇ ਫਿਰ ਫੌਜ ਲੰਘਾਈ। ਦੋਸਤ ਮੁਹੰਮਦ ਖਾਂ ਦੇ ਪੁੱਤਰ ਅਕਬਰ ਖਾਂ ਨੇ ਵਿਸਾਖਾਤ ਕਰਕੇ ਬਾਲਾ ਹਿਸਾਰ ਵਾਲੇ ਅੰਗਰੇਜ਼ ਏਜੰਟ ਮੈਕਨਾਗਟਨ ਨੂੰ ਸਣੇ ਉਹਦੇ ਸਿਪਾਹੀਆਂ ਦੇ ਮਾਰ ਦਿੱਤਾ ਤਾਂ ਅੰਗਰੇਜ਼ਾਂ ਦੀ ਬੇਨਤੀ ਮੰਨ ਕੇ ਸਿੱਖ ਫੌਜ ਵੀ ਉਹਨਾਂ ਦੀ ਮਦਦ ਤੇ ਅਕਬਰ ਖਾਂ ਨੂੰ ਸੋਧਣ ਵਾਸਤੇ ਗਈ। ਫਤਿਹ ਹਾਸਲ ਕਰਨ ਤੇ ਜਨਰਲ ਡਿਊਕ ਨੇ ਅੰਗਰੇਜ਼ੀ ਫੌਜ ਨੂੰ ਤਾਂ ਬਾਜ਼ਾਰ ਲੁੱਟਣ ਦੀ ਆਗਿਆ ਦਿੱਤੀ ਪਰ ਸਿੱਖ ਫੌਜ ਨੂੰ ਰੋਕ ਦਿੱਤਾ। ਇਸ ਗੱਲ ਤੋਂ ਸਿੱਖ ਬਹੁਤ ਨਾਰਾਜ਼ ਹੋਏ। 1809 ਈਸਵੀ ਦੀ ਸੁਲ੍ਹਾ ਦੇ ਉਲਟ ਸਿੱਖ ਰਾਜ ਦੀ ਹੱਦ ਉੱਤੇ ਅੰਗਰੇਜ਼ਾਂ ਨੇ ਛਾਉਣੀਆਂ ਪਾ ਲਈਆਂ। 1838 ਈਸਵੀ ਵਿੱਚ ਇੱਕ ਰੈਜੀਮੈਂਟ ਸਬਾਥੂ ਤੇ 2 ਲੁਧਿਆਣੇ ਸਨ, ਜਿਨ੍ਹਾਂ ਦੇ ਸਾਰੇ ਸਿਪਾਹੀ 2500 ਸਨ। ਲਾਰਡ ਆਕਲੈਂਡ ਨੇ ਕੁੱਲ 8000 ਫੌਜ ਕਰ ਦਿੱਤੀ, ਭਾਵ ਕੁਝ ਲੁਧਿਆਣੇ ਵਧਾ ਦਿੱਤੀ ਤੇ ਕੁਝ ਫਿਰੋਜ਼ਪੁਰ ਨਵੀਂ ਰੱਖੀ। ਲਾਰਡ ਐਲਨ ਬਰੋ ਨੇ ਅੰਬਾਲੇ, ਕਸੌਲੀ ਤੇ ਸ਼ਿਮਲੇ ਵਿੱਚ ਨਵੀਆਂ ਛਾਉਣੀਆਂ ਪਾ ਦਿੱਤੀਆਂ ਤੇ ਸਾਰੀ ਫੌਜ 14000 ਕਰ ਦਿੱਤੀ ਤੇ 48 ਤੋਪਾਂ ਵੀ ਰੱਖ ਦਿੱਤੀਆਂ। ਲਾਰਡ ਹਾਰਡਿੰਗ ਨੇ ਇਹ ਫੌਜ ਵਧਾ ਕੇ 32000 ਤੇ ਤੋਪਾਂ 68 ਕਰ ਦਿੱਤੀਆਂ। ਇਸ ਤੋਂ ਵੱਖਰੀ 10000 ਫੌਜ ਮੇਰਠ ਵਿੱਚ ਸੀ। 1843 ਈਸਵੀ ਤੋਂ ਪਿੱਛੋਂ ਕਰਨਾਲ ਦੀ ਫੌਜ ਜੋ ਪਹਿਲਾਂ 4000 ਸੀ ਵਧਾ ਦਿੱਤੀ। ਇਹਨਾਂ ਫੌਜੀ ਤਿਆਰੀਆਂ ਨੂੰ ਵੇਖ ਕੇ ਸਿੱਖ ਸਮਝ ਗਏ ਕਿ ਇਹ ਬੰਦੋਬਸਤ ਕਿਸ ਵਾਸਤੇ ਹੈ। ਅਫਗਾਨ ਯੁੱਧ ਵੇਲੇ ਜਦ ਫਿਰੋਜ਼ਪੁਰ ਫੌਜ ਰੱਖੀ ਗਈ ਸੀ ਤਾਂ ਕਿਹਾ ਸੀ ਕਿ ਸਾਲ ਦੇ ਅੰਦਰ ਹੀ ਇੱਥੋਂ ਫੌਜ ਹਟਾ ਲਈ ਜਾਵੇਗੀ, ਪਰ ਪਿੱਛੋਂ ਹਟਾਉਣ ਦੀ ਥਾਂ ਪੱਕੀ ਛਾਉਣੀ ਪਾ ਲਈ ਗਈ। ਫਿਰੋਜ਼ਪੁਰ ਦੀ ਰਾਣੀ ਲਛਮਣ ਕੌਰ ਵਿਧਵਾ ਤੇ ਨਿਰਸੰਤਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਬੇਨਤੀ ਮੰਨ ਕੇ ਉਹਦਾ ਰਾਜ ਜਰਵਾਣਿਆਂ ਹੱਥੋਂ ਬਚਾਇਆ ਸੀ। ਉਸ ਤੋਂ ਪਿੱਛੋਂ ਰਾਣੀ ਲਛਮਣ ਕੌਰ ਸਿੱਖ ਰਾਜ ਦੇ ਮਾਤਹਿਤ ਹੀ ਮੰਨੀ ਜਾਂਦੀ ਸੀ। ਉਪਰੋਕਤ ਰਾਣੀ ਦੇ ਮਰਨ ਤੇ ਫਿਰੋਜ਼ਪੁਰ ਦਾ ਇਲਾਕਾ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਮਿਲਾ ਲਿਆ, ਜੋ ਅਸਲ ਵਿੱਚ ਲਾਹੌਰ ਦਰਬਾਰ ਦਾ ਹੱਕ ਸੀ। 1845 ਈਸਵੀ ਦੇ ਆਰੰਭ ਤੋਂ ਹੀ ਲੁਧਿਆਣੇ ਵਿੱਚ ਲਾਰਡ ਹਾਰਡਿੰਗ ਤੇ ਸੈਨਾਪਤੀ ਗੱਫ ਫੌਜ ਦੇ ਪੁਲ ਬੰਨਣ ਵਾਸਤੇ ਕਿਸ਼ਤੀਆਂ ਦੀ ਗਿਣਤੀ ਵਧਾ ਰਹੇ ਸਨ। ਇਸ ਬਾਰੇ ਸਮਿਥ ਲਿਖਦਾ ਹੈ,
ਇਸ ਗੱਲ ਨੂੰ ਜ਼ੋਰ ਨਾਲ ਸਾਬਤ ਕਰਨਾ ਕਿ ਬੰਬਈ ਤੋਂ ਜੋ ਬੇੜੀਆਂ ਦਾ ਪੁਲ ਮੰਗਵਾਇਆ ਗਿਆ ਹੈ ਉਹ ਕਿਸੇ ਹਮਲੇ ਦੀ ਤਿਆਰੀ ਵਾਸਤੇ ਨਹੀਂ, ਸਗੋਂ ਆਪਣੀ ਰਾਖੀ ਵਾਸਤੇ ਹੈ। ਇਹ ਸਿਰਫ ਇੱਕ ਬਹਾਨਾ ਹੈ, ਝੂਠ ਹੈ। ਮਤਲਬ ਸਾਫ਼ ਹੈ ਕਿ ਇਹ ਬੇੜੀਆਂ ਦਾ ਪੁਲ ਹਮਲੇ ਦੀ ਤਿਆਰੀ ਵਾਸਤੇ ਸੀ। ਨਾਲ ਹੀ ਇਹ ਅਫਵਾਹ ਵੀ ਉੱਡ ਗਈ ਕਿ ਮੁਲਤਾਨ ਉੱਤੇ ਹਮਲਾ ਕਰਨ ਵਾਸਤੇ ਸਿੰਧ ਵਿੱਚ 5000 ਫੌਜ ਇਕੱਠੀ ਕੀਤੀ ਗਈ ਹੈ। ਇਹੋ ਜਿਹੇ ਕਿਆਸ ਨੇਪੀਅਰ ਦੀਆਂ ਤਕਰੀਰਾਂ ਤੋਂ ਕੀਤੇ ਜਾਂਦੇ ਹਨ। ਅਜੇ ਤੱਕ ਸਿੰਧ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਹੱਦ ਪੱਕੀ ਨਹੀਂ ਸੀ ਹੋਈ। ਡਾਕੂਆਂ ਦਾ ਪਿੱਛਾ ਕਰਦੇ ਕੁਝ ਸਿੱਖ ਅਫਸਰ ਸਿੰਧ ਵਿੱਚ ਅੱਗੇ ਵਧੇ ਤਾਂ ਸਿੰਧ ਫਤਿਹ ਕਰਨ ਵਾਲੇ ਨੇਪੀਅਰ ਨੇ ਉਹਨਾਂ ਤੇ ਹੱਲਾ ਬੋਲ ਦਿੱਤਾ ਤੇ ਕਾਰਨ ਇਹ ਦੱਸਿਆ ਕਿ ਸਿੱਖ ਸਾਡੇ ਇਲਾਕੇ ਵਿੱਚ ਆ ਗਏ ਸਨ। ਜਦ ਅਜੇ ਹੱਦ ਦਾ ਫੈਸਲਾ ਹੀ ਨਹੀਂ ਸੀ ਹੋਇਆ ਤਾਂ ਸਾਡੇ ਇਲਾਕੇ ਵਿੱਚ ਆ ਗਏ ਦਾ ਕੀ ਅਰਥ? ਸੱਚੀ ਗੱਲ ਤਾਂ ਇਹ ਹੈ ਕਿ ਨੇਪੀਅਰ ਕਨਿੰਗਮ ਦੇ ਕਹਿਣ ਅਨੁਸਾਰ ਪੰਜਾਬ ਨਾਲ ਲੜਨਾ ਚਾਹੁੰਦਾ ਸੀ। ਅੰਗਰੇਜ਼ੀ ਏਜੰਟ ਮੇਜਰ ਬਰਾਡਫੁੱਟ ਨੇ ਸਤਲੁਜ ਪਾਰ ਦੇ ਰਾਜਵਾੜੇ ਪਟਿਆਲਾ ਆਦਿ ਅੰਗਰੇਜ਼ਾਂ ਦੇ ਅਧੀਨ ਦੱਸੇ ਤੇ ਕਿਹਾ ਮਹਾਰਾਜਾ ਦਲੀਪ ਸਿੰਘ ਜੋ ਉਦੋਂ ਮਾਤਾ ਨਾਲ ਬਿਮਾਰ ਸੀ ਦੇ ਮਰਨ ਤੇ ਜਾਂ ਕਿਸੇ ਗੱਲੋਂ ਤਖਤੋਂ ਲਾਹੇ ਜਾਣ ਤੇ ਇਹ ਇਲਾਕੇ ਅੰਗਰੇਜ਼ੀ ਰਾਜ ਵਿੱਚ ਮਿਲਾ ਲਏ ਜਾਣਗੇ। ਉਦੋਂ ਕੋਟਕਪੂਰਾ ਲਾਹੌਰ ਦਰਬਾਰ ਦੇ ਅਧੀਨ ਸੀ। ਕੁਝ ਸਿੱਖ ਸਵਾਰ ਉੱਥੋਂ ਵਾਪਸ ਲਾਹੌਰ ਆ ਰਹੇ ਸਨ। ਮੇਜਰ ਬਰਾਡਫੁੱਟ ਨੇ ਉਹਨਾਂ ਤੇ ਹੱਲਾ ਬੋਲ ਦਿੱਤਾ ਤੇ ਸਤਲੁਜ ਲੰਘਦਿਆਂ ਉੱਤੇ ਗੋਲੀਆਂ ਚਲਾਈਆਂ, ਪਰ ਅੱਗੋਂ ਸਿੱਖ ਬਿਲਕੁਲ ਸ਼ਾਂਤ ਰਹੇ। ਇਹ ਕੰਮ ਬਰਾਡਫੁੱਟ ਨੇ 1809 ਈਸਵੀ ਦੀ ਸੁਲ੍ਹਾ ਦੇ ਉਲਟ ਕੀਤਾ ਕਿਉਂਕਿ ਸਿੱਖ ਅਫਸਰ ਲੋੜ ਤੋਂ ਵੱਧ ਸਤਲੁਜ ਪਾਰ ਨਹੀਂ ਸੀ ਗਏ। ਮੁਲਤਾਨ ਦੇ ਦੀਵਾਨ ਮੂਲ ਰਾਜ ਨੇ ਲਾਹੌਰ ਦਰਬਾਰ ਦੇ ਵਿਰੁੱਧ ਅੰਗਰੇਜ਼ਾਂ ਤੋਂ ਮਦਦ ਮੰਗੀ ਤਾਂ ਬਰਾਡਫੁੱਟ ਨੇ ਉਹਨਾਂ ਨੂੰ ਮਦਦ ਦੇਣੀ ਮੰਨ ਲਈ। ਬਰਾਡਫੁੱਟ ਨੇ ਲੁਧਿਆਣੇ ਦੇ ਲਾਗੇ ਲਾਹੌਰ ਦਰਬਾਰ ਦੇ 2 ਸਥਾਨ ਅੰਗਰੇਜ਼ੀ ਇਲਾਕੇ ਵਿੱਚ ਮਿਲਾ ਲਏ ਤੇ ਕਾਰਨ ਇਹ ਦੱਸਿਆ ਕਿ ਸਾਡੇ ਇਲਾਕੇ ਦੇ ਲੁਟੇਰੇ ਇੱਥੇ ਆ ਲੁਕਦੇ ਹਨ। ਅਸਲ ਵਿੱਚ ਮੇਜਰ ਬਰਾਡਫੁੱਟ ਲੜਾਈ ਦਾ ਸਭ ਤੋਂ ਵੱਡਾ ਕਾਰਨ ਹੈ। ਇਹਦੀ ਥਾਂ ਕਲਾਰਕ ਹੀ ਏਜੰਟ ਰਹਿੰਦਾ ਤਾਂ ਸ਼ਾਇਦ ਲੜਾਈ ਐਡੀ ਛੇਤੀ ਨਾ ਹੁੰਦੀ। ਫਲੌਰ ਦੇ ਕਿਲੇ ਦੇ ਸਾਹਮਣੇ ਅੰਗਰੇਜ਼ਾਂ ਦਾ ਇੱਕ ਜਹਾਜ਼ ਬਿਨਾਂ ਕਾਰਨ ਕਈ ਦਿਨ ਖੜਾ ਰਿਹਾ। ਰਾਜਾ ਸੁਚੇਤ ਸਿੰਘ ਜੋ ਰਾਜਾ ਧਿਆਨ ਸਿੰਘ ਡੋਗਰੇ ਦਾ ਭਰਾ ਸੀ, ਉਸ ਦਾ 18 ਲੱਖ ਰੁਪਇਆ ਫਿਰੋਜ਼ਪੁਰ ਅੰਗਰੇਜ਼ੀ ਬੈਂਕ ਵਿੱਚ ਸੀ। ਉਹ ਸਿੱਖਾਂ ਨੇ ਮੰਨਿਆ ਤਾਂ ਅੰਗਰੇਜ਼ਾਂ ਨੇ ਕਿਹਾ ਕਿ ਅੰਗਰੇਜ਼ੀ ਕੋਰਟ ਵਿੱਚ ਦਾਅਵਾ ਕਰੋ। ਇਹ ਇਹੋ ਜਿਹਾ ਹਾਕਮਾਨਾ ਉੱਤਰ ਸੀ ਜਿਵੇਂ ਲਾਹੌਰ ਦਰਬਾਰ ਅੰਗਰੇਜ਼ਾਂ ਦੇ ਮਾਤਹਿਤ ਹੁੰਦਾ ਹੈ। ਉੱਪਰ ਦੱਸੇ ਕਈ ਕਾਰਨ ਸਨ ਜਿਨ੍ਹਾਂ ਕਰਕੇ ਸਿੱਖ ਫੌਜ ਭੜਕ ਉੱਠੀ, ਕਿਉਂਕਿ ਸਿੱਖ ਸਮਝਣ ਲੱਗ ਪਏ ਸਨ ਕਿ ਅੰਗਰੇਜ਼ਾਂ ਨੇ ਆਪਣੀ ਪਾਲਿਸੀ ਮੁਲਕੀ ਫਤਿਹ ਦੀ ਬਣਾ ਲਈ ਹੈ ਤੇ ਉਹਨਾਂ ਦੇ ਲਾਲਚ ਦਾ ਸਭ ਤੋਂ ਪਹਿਲਾ ਨਿਸ਼ਾਨਾ ਲਾਹੌਰ ਦੀ ਫਤਿਹ ਹੈ। ਇਹ ਵੇਲੇ ਦੇ ਅੰਗਰੇਜ਼ੀ ਸਫੀਰ ਦੇ ਕੰਮ ਕਰਨ ਦੇ ਢੰਗ ਤੋਂ ਪੱਕਾ ਹੋਇਆ। ਇਸ ਵੇਲੇ ਸਿੱਖ ਸਿਪਾਹੀਆਂ ਦੇ ਦਿਲਾਂ ਵਿੱਚ ਅੱਗ ਬਲ ਰਹੀ ਸੀ। ਉਹ ਲੜਾਈ ਤੋਂ ਰੋਕੇ ਨਹੀਂ ਜਾ ਸਕਦੇ ਸਨ ਕਿਉਂਕਿ ਅੰਗਰੇਜ਼ ਕਰਮਚਾਰੀਆਂ ਨੇ ਉਹਨਾਂ ਨੂੰ ਲੜਨ ਵਾਸਤੇ ਮਜਬੂਰ ਕਰ ਦਿੱਤਾ ਸੀ। ਜੇ ਰਾਣੀ ਜਿੰਦ ਕੌਰ ਜਾਂ ਕੋਈ ਹੋਰ ਸਰਦਾਰ ਫੌਜ ਨੂੰ ਰੋਕਣਾ ਵੀ ਚਾਹੁੰਦਾ ਤਾਂ ਉਹ ਨਾ ਰੁਕਦੀ। ਅਸਲ ਵਿੱਚ ਇਹ ਲੜਾਈ ਸਾਰੇ ਲਾਹੌਰ ਦਰਬਾਰ ਦੇ ਨੇ ਨਹੀਂ, ਸਗੋਂ ਆਪ ਮੁਹਾਰੀ ਫੌਜ ਤੇ ਕੁਝ ਖੁਦਗਰਜ਼ ਸਰਦਾਰਾਂ ਨੇ ਛੇੜੀ ਸੀ। ਇਸ ਬਾਰੇ ਹੇਠ ਲਿਖੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੋ। ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿੱਚੋਂ ਆਜ਼ਾਦ ਹੋ ਕੇ ਪੰਜਾਬ ਬੇਕਾਬੂ ਹੋ ਰਿਹਾ ਸੀ। ਅੰਗਰੇਜ਼ਾਂ ਦੇ ਵਿਰੁੱਧ ਫੌਜ ਵਿੱਚ ਜੋਸ਼ ਵੱਧ ਰਿਹਾ ਸੀ। ਫੌਜੀ ਪੰਚ ਅਸਲ ਵਿੱਚ ਪੰਜਾਬ ਦੇ ਹਾਕਮ ਬਣ ਗਏ ਸਨ ਤੇ ਸਿੱਖ ਫੌਜ ਨੇ ਅੰਗਰੇਜ਼ਾਂ ਨਾਲ ਲੜਨ ਦਾ ਪੱਕ ਕਰ ਲਿਆ ਸੀ। ਰਾਣੀ ਤੇ ਉਸਦੇ ਖਿਆਲਾਂ ਦੇ ਸਰਦਾਰਾਂ ਦੀ ਰਾਏ ਠੁਕਰਾ ਦਿੱਤੀ ਗਈ। ਅੰਗਰੇਜ਼ਾਂ ਵਿਰੁੱਧ ਲੜਾਈ ਲਾਹੌਰ ਦਰਬਾਰ ਨੇ ਨਹੀਂ, ਸਗੋਂ ਆਪ ਹੁਦਰੀ ਸਿੱਖ ਫੌਜ ਨੇ ਛਿੜੀ। ਸਾਫ਼ ਪ੍ਰਗਟ ਹੈ ਕਿ ਲੜਾਈ ਕਰਾਉਣ ਵਾਲੇ ਰਾਣੀ ਜਿੰਦ ਕੌਰ ਜਾਂ ਮਹਾਰਾਜਾ ਦਲੀਪ ਸਿੰਘ ਨਹੀਂ ਸਨ, ਸਗੋਂ ਕੁਝ ਖੁਦਗਰਜ਼ ਸਰਦਾਰ ਸਨ ਜੋ ਅੰਦਰੋਂ ਅੰਦਰੀ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਉਹ ਖਾਲਸਾ ਫੌਜ ਨੂੰ ਤਬਾਹ ਕਰਕੇ ਆਪ ਆਪਣੀ ਮਰਜ਼ੀ ਦਾ ਰਾਜ ਕਰਨਾ ਚਾਹੁੰਦੇ ਸਨ। ਵਜ਼ੀਰ ਲਾਲ ਸਿੰਘ ਨੇ ਨਵੰਬਰ 1845 ਈਸਵੀ ਦੇ ਆਰੰਭ ਵਿੱਚ ਸਿੱਖ ਸਰਦਾਰਾਂ
ਤੇ ਫੌਜੀ ਪੰਚਾਂ ਦੀ ਇੱਕ ਸਭਾ ਬੁਲਾਈ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉੱਤੇ ਇਕੱਠ ਹੋਇਆ। ਅੰਗਰੇਜ਼ਾਂ ਨਾਲ ਲੜਾਈ ਕਰਨ ਉੱਤੇ ਵਿਚਾਰ ਹੋਣ ਲੱਗੀ। ਮਹਾਰਾਣੀ ਜਿੰਦ ਕੌਰ ਤੇ ਹੋਰ ਕਈ ਸਰਦਾਰ, ਜਿਨ੍ਹਾਂ ਵਿੱਚੋਂ ਸਰਦਾਰ ਸ਼ਾਮ ਸਿੰਘ ਵੀ ਸਨ, ਦੀ ਰਾਏ ਸੀ ਕਿ ਹਾਲੇ ਅੰਗਰੇਜ਼ਾਂ ਨਾਲ ਲੜਾਈ ਨਾ ਛਿੜੀ ਜਾਵੇ, ਕਿਉਂਕਿ ਘਰ ਪਾਟਾ ਹੋਣ ਕਾਰਨ ਅਸੀਂ ਜਿੱਤ ਨਹੀਂ ਸਕਾਂਗੇ। ਲਾਲ ਸਿੰਘ ਤੇ ਤੇਜ ਸਿੰਘ ਦੇ ਭੜਕਾਏ ਹੋਏ ਫੌਜੀ ਪੰਚ ਬੜੇ ਜ਼ੋਰ ਨਾਲ ਲੜਾਈ ਦੇ ਹਾਮੀ ਸਨ। ਅੰਤ ਬਹੁਤ ਸੰਮਤੀ ਲੜਾਈ ਕਰਨ ਵਾਲਿਆਂ ਦੀ ਹੋਈ। ਸਾਰੇ ਫੌਜੀ ਸਰਦਾਰਾਂ ਨੇ ਰਾਜ ਭਗਤ ਰਹਿਣ ਦਾ ਪ੍ਰਣ ਕੀਤਾ। ਲਾਲ ਸਿੰਘ ਤੇ ਤੇਜ ਸਿੰਘ ਨੂੰ ਪੂਰੇ ਅਧਿਕਾਰ ਦੇ ਦਿੱਤੇ ਗਏ। ਦੀਵਾਨ ਦੀਨਾਨਾਥ ਨੇ ਬੜੀ ਜੋਸ਼ੀਲੀ ਤਕਰੀਰ ਕੀਤੀ ਤੇ ਅੰਤ 4 ਕਾਰਨਾਂ ਉੱਤੇ 17 ਨਵੰਬਰ 1845 ਈਸਵੀ ਨੂੰ ਅੰਗਰੇਜ਼ਾਂ ਨਾਲ ਲੜਾਈ ਦਾ ਐਲਾਨ ਕੀਤਾ ਗਿਆ। ਪਹਿਲੀ, ਅੰਗਰੇਜ਼ੀ ਫੌਜ ਸਤਲੁਜ ਵੱਲ ਵੱਧ ਰਹੀ ਹੈ ਤੇ ਉਸਨੇ ਪੰਜਾਬ ਉੱਤੇ ਚੜ੍ਹਾਈ ਕਰਨ ਦਾ ਪੱਕ ਕਰ ਲਿਆ ਹੈ। ਦੂਜਾ, ਫਿਰੋਜ਼ਪੁਰ ਅੰਗਰੇਜ਼ੀ ਬੈਂਕ ਵਿੱਚ ਜੋ ਰਾਜਾ ਸੁਚੇਤ ਸਿੰਘ ਦਾ 18 ਲੱਖ ਰੁਪਇਆ ਹੈ, ਲਾਹੌਰ ਦਰਬਾਰ ਦੇ ਕਈ ਵਾਰ ਮੰਗਣ ਤੇ ਵੀ ਅੰਗਰੇਜ਼ਾਂ ਨੇ ਨਹੀਂ ਦਿੱਤਾ। ਤੀਜਾ, ਸਵਰਗਵਾਸੀ ਰਾਜਾ ਸੁਚੇਤ ਸਿੰਘ ਦੀ ਜਾਇਦਾਦ ਉੱਤੇ ਲਾਹੌਰ ਦਰਬਾਰ ਦਾ ਹੱਕ ਹੈ। ਤੇ ਚੌਥਾ, ਸਤਲੁਜੋਂ ਦੱਖਣ ਦੇ ਪਾਸੇ ਜੋ ਪਿੰਡ ਲਾਹੌਰ ਦਰਬਾਰ ਦੇ ਅਧੀਨ ਸਨ, ਅੰਗਰੇਜ਼ ਹਕੂਮਤ ਨੇ ਉਹਨਾਂ ਵਿੱਚ ਆਉਣ ਜਾਣ ਤੋਂ ਸਿੱਖ ਫੌਜ ਨੂੰ ਰੋਕ ਦਿੱਤਾ ਹੈ। ਇਸ ਐਲਾਨ ਪਿੱਛੋਂ ਸਰਦਾਰ ਫੌਜੀ ਤਿਆਰੀ ਵਿੱਚ ਰੁੱਝ ਗਏ।